ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਹਾਂਜੀ, ਇਸ ਵੀਡੀਓ ਦੇ ਵਿੱਚ ਆਪਾਂ ਐਗਜੀਬਿਸ਼ਨ ਬਾਰੇ ਜਾਣਾਂਗੇ। ਸੋ ਵਾਟ ਇਜ਼ ਐਗਜੀਬਿਸ਼ਨ ਐਂਡ ਟਾਈਪਸ ਆਫ ਐਗਜੀਬਿਸ਼ਨਸ ਐਂਡ ਪ੍ਰੋਸੈਸ ਆਫ ਐਗਜੀਬਿਸ਼ਨ। ਸੋ ਪੰਜਾਬੀ ਦੇ ਵਿੱਚ ਆਪਾਂ ਇਸ ਨੂੰ ਪ੍ਰਦਰਸ਼ਨੀ ਕਹਿ ਦਿੰਦੇ ਹਾਂ, ਕਿਸੇ ਚੀਜ਼ ਨੂੰ ਪ੍ਰਦਰਸ਼ਨ ਕਰਨਾ। ਸੋ ਆਪਾਂ ਇਹਦਾ ਸਭ ਤੋਂ ਪਹਿਲਾਂ ਮੀਨਿੰਗ ਕਲੀਅਰ ਕਰਦੇ ਹਾਂ। ਸੋ ਜੇ ਆਪਾਂ ਸਰਲ ਸ਼ਬਦ ਵਿੱਚ ਗੱਲ ਕਰੀਏ ਤਾਂ ਪ੍ਰਦਰਸ਼ਨੀ ਸ਼ਬਦ ਤੋਂ ਭਾਵ ਹੈ ਵੀ ਕਿਸੇ ਵਸਤੂਆਂ ਦੇ ਸੰਗ੍ਰਹਿ ਦੀ ਪਛਾਣ ਕਰਨਾ। ਪ੍ਰਦਰਸ਼ਨ ਅਤੇ ਵਿਆਖਿਆ ਉੱਪਰ ਫੋਕਸ ਕਰਦੀ ਹੈ। ਅਧਿਆਪਨ ਟੀਚਿੰਗ ਐਂਡ ਲਰਨਿੰਗ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਜਿਹੜੀ ਐਗਜੀਬਿਸ਼ਨ ਹੈ ਉਹ ਸਟੂਡੈਂਟਸ ਦੇ ਨਾਲ ਸੰਬੰਧ ਹੈ ਅਤੇ ਨਾਲ ਹੀ ਅਧਿਆਪਕਾਂ ਦੀ ਇੱਕ ਜਾਂਚ ਕਰਨ ਦਾ ਇੱਕ ਮਿਸ਼ਰਤ ਸਿੱਖਿਆ ਪ੍ਰਕਿਰਿਆ। ਸੋ ਟੀਚਰਸ ਬਾਰੇ ਇਸ ਗੱਲ ਦੀ ਜਾਂਚ ਕੀਤੀ ਜਾਂਦੀ ਹੈ ਕਿ ਜੋ ਵੀ ਆਪਾਂ ਆਪਣਾ ਇੰਟਰਸਟਡ ਹੁੰਦਾ, ਆਪਾਂ ਇੰਟਰਸਟ ਰੱਖਦੇ ਹਾਂ ਕਿਸੇ ਗਿਆਨ ਦੇ ਵਿੱਚ, ਕੌਸ਼ਲ ਦੇ ਵਿੱਚ, ਤਾਂ ਉਸਨੂੰ ਵਿਕਸਿਤ ਕਰਨ ਤੱਕ, ਉਸਨੂੰ ਡਿਵੈਲਪ ਕਰਨ ਤੱਕ ਕਿੱਥੋਂ ਤੱਕ ਅਸੀਂ ਸਫਲ ਰਹਿੰਦੇ ਹਾਂ। ਸੋ ਇਹਦੇ ਵਿੱਚ ਜਿਵੇਂ ਵਿਦਿਆਰਥੀਆਂ ਲਈ ਐਗਜੀਬਿਸ਼ਨ ਦਾ ਆਯੋਜਨ ਕੀਤਾ ਜਾਂਦਾ ਹੈ ਵਿੱਦਿਅਕ ਸੰਸਥਾਵਾਂ ਦੇ ਵਿੱਚ, ਜਿਵੇਂ ਅਜਾਇਬ ਘਰ ਹੁੰਦੇ ਹੈ, ਗੈਲਰੀਆਂ ਹੁੰਦੀਆਂ, ਲਾਇਬ੍ਰੇਰੀ, ਪ੍ਰਦਰਸ਼ਨੀ ਹਾਲ ਅਤੇ ਜੋ ਵਰਡ ਫੇਅਰਸ ਹੁੰਦੇ ਆ, ਸਾਰੇ ਉਹ ਐਗਜੀਬਿਸ਼ਨ ਦੇ ਮੰਤਵ ਲਈ ਹੀ ਬਣਾਏ ਜਾਂਦੇ ਹੈ ਤਾਂ ਜੋ ਅਜੋਕੇ ਸਮੇਂ ਵਿੱਚ ਜਿਹੜੀ ਆਪਾਂ ਹੁਣ ਦੇਖੀਏ ਤਾਂ ਹੁਣ ਤਾਂ ਔਨਲਾਈਨ ਐਗਜੀਬਿਸ਼ਨ ਵੀ ਪ੍ਰਚਲਿਤ ਨੇ, ਜਿਸ ਦੇ ਨਾਲ ਬੱਚੇ ਆਪਣੀ ਜਿਹੜੀਆਂ ਸਕਿੱਲਸ ਹੈ, ਆਪਣਾ ਹੁਨਰ ਹੈ, ਉਹ ਦਿਖਾ ਸਕਦੇ ਆ ਅਤੇ ਸਿੱਖਣ ਦਾ ਜਿਹੜਾ ਉਹਨਾਂ ਦੀ ਲਰਨਿੰਗ ਹੈ ਉਹਦੇ ਲਈ ਸਭ ਤੋਂ ਵਧੀਆ ਹੁਣ ਇੱਕ ਪਲੇਟਫਾਰਮ ਔਨਲਾਈਨ ਵੀ ਮਿਲ ਚੁੱਕਿਆ, ਜਿਸ ਦੇ ਵਿੱਚ ਉਹ ਆਪਣੀਆਂ ਸਕਿੱਲਸ ਨੂੰ ਸ਼ੋਅ ਕਰ ਸਕਦੇ ਆ। ਸੋ ਇਹ ਹੈਗੀ ਹੈ ਜੀ ਐਗਜੀਬਿਸ਼ਨ। ਵਾਟ ਇਜ਼ ਐਗਜੀਬਿਸ਼ਨ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ, ਜਿਸ ਦੇ ਵਿੱਚ ਵਿਦਿਆਰਥੀ ਆਪਣੀ ਆਰਟ ਨੂੰ ਐਜੂਕੇਸ਼ਨ ਪਰਪਸ ਤੋਂ ਮੈਂ ਤੁਹਾਨੂੰ ਇਹ ਟੋਪਿਕ ਕਰਵਾ ਰਹੀ ਹਾਂ। ਸੋ ਇਸ ਦੇ ਵਿੱਚ ਆਪਣੀ ਪ੍ਰਤਿਭਾ, ਆਪਣੀ ਲਰਨਿੰਗ, ਆਪਣਾ ਜੋ ਵੀ ਇਹ ਇੰਟਰਸਟ ਹੁੰਦਾ ਸਾਡਾ, ਉਹ ਅਸੀਂ ਅਜਾਇਬ ਘਰਾਂ ਦੇ ਵਿੱਚ ਦੇਖਦੇ ਹਾਂ, ਗੈਲਰੀਆਂ ਹੁੰਦੀਆਂ, ਲਾਇਬ੍ਰੇਰੀ ਹੁੰਦੀ ਹੈ, ਪ੍ਰਦਰਸ਼ਨੀ ਹਾਲ ਬਣੇ ਹੁੰਦੇ ਆ ਅਤੇ ਵਰਡ ਫੇਅਰ ਹੁੰਦੇ ਆ ਜਿੱਥੇ ਇਹ ਚੀਜ਼ਾਂ ਦਿਖਾ ਸਕਦੇ ਹਾਂ। ਸੋ ਨਾਲ ਹੀ ਪ੍ਰਦਰਸ਼ਨੀ ਔਨਲਾਈਨ ਵੀ ਅਜੋਕੇ ਸਮੇਂ ਦੇ ਵਿੱਚ ਕਾਫੀ ਪ੍ਰਚਲਿਤ ਹੈ, ਕਿਉਂਕਿ ਸਾਨੂੰ ਬਹੁਤ ਵਧੀਆ ਪਲੇਟਫਾਰਮ ਮਿਲ ਚੁੱਕਿਆ ਜਿਸ 'ਤੇ ਅਸੀਂ ਆਪਣੇ ਐਗਜੀਬਿਸ਼ਨ ਸ਼ੋਅ ਕਰ ਸਕਦੇ ਹਾਂ। ਸੋ ਟਾਈਪਸ ਆਫ ਐਗਜੀਬਿਸ਼ਨ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਔਰਲ ਐਗਜੀਬਿਸ਼ਨਸ ਹੁੰਦੀਆਂ ਨੇ ਅਤੇ ਇੱਕ ਮਲਟੀਮੀਡੀਆ ਐਗਜੀਬਿਸ਼ਨ ਹੁੰਦੀ ਹੈ। ਔਰਲ ਐਗਜੀਬਿਸ਼ਨ ਆਪਾਂ ਇਹਨੂੰ ਮੌਖਿਕ ਪ੍ਰਦਰਸ਼ਨੀ ਕਹਿ ਸਕਦੇ ਹਾਂ। ਜਿਵੇਂ ਵਿਦਿਆਰਥੀ ਆਪਣੇ ਆਪ ਜਿਹੜੇ ਮਾਡਲ ਪੇਸ਼ ਕਰਦੇ ਆ ਇਸ ਦੇ ਵਿੱਚ, ਅਤੇ ਉਹ ਆਪਣੇ ਆਡੀਅנס ਸਾਹਮਣੇ ਉਸ ਦੀ ਵਿਆਖਿਆ ਕਰਦੇ ਆ। ਜੋ ਉਹਨਾਂ ਨੇ ਖੁਦ ਬਣਾਈ ਹੁੰਦੀ ਹੈ ਕੋਈ ਚੀਜ਼, ਉਸ ਨੂੰ ਉਹ ਇੱਕ ਮਾਡਲ ਦੇ ਰੂਪ ਵਿੱਚ ਪੇਸ਼ ਕਰਦੇ ਆ ਅਤੇ ਇੱਕ ਆਡੀਅנס ਦੇ ਸਾਹਮਣੇ ਉਹਦੀ ਵਿਆਖਿਆ ਕਰਦੇ ਆ, ਐਕਸਪਲੇਨ ਕਰਦੇ ਆ ਔਰਲ ਰੂਪ ਦੇ ਵਿੱਚ। ਅਤੇ ਦਰਸ਼ਕ ਉਹਨਾਂ ਤੋਂ ਮਾਡਲ ਦੇ ਉਪਯੋਗ ਨਾਲ ਜਿਹੜੇ ਕੋਈ ਕੁਐਸਚਨ ਵੀ ਪੁੱਛ ਸਕਦੇ ਆ। ਜਿਵੇਂ ਆਪਾਂ ਸਾਇੰਸ ਫੇਅਰ ਦੇ ਉੱਪਰ ਇੱਕ ਐਗਜ਼ਾਮਪਲ ਦਿੰਦੀ ਹਾਂ ਮੈਂ, ਬੱਚੇ ਬਹੁਤ ਚੀਜ਼ਾਂ ਜਿਹੜੀਆਂ ਬਣਾ ਕੇ ਲੈ ਕੇ ਜਾਂਦੇ ਆ, ਤਾਂ ਉੱਥੇ ਉਹਨਾਂ ਤੋਂ ਜਾਂ ਕੋਈ ਹੋਰ ਉਹਨਾਂ ਦੀ ਟੀਚਿੰਗ ਮੈਥਡ ਤੋਂ ਕੋਈ ਪ੍ਰੋਜੈਕਟ ਤਿਆਰ ਕੀਤੇ ਜਾਂਦੇ ਆ, ਜਿਸ ਦੇ ਵਿੱਚ ਉਹ ਉਸ ਚੀਜ਼ ਦੀ ਐਕਸਪਲੇਨੇਸ਼ਨ ਦਿੰਦੇ ਆ ਅਤੇ ਉਹਨਾਂ ਦੇ ਵਿੱਚ ਉਹਨਾਂ ਤੋਂ ਪ੍ਰਸ਼ਨ ਵੀ ਪੁੱਛੇ ਜਾਂਦੇ ਆ ਅਤੇ ਉਹਨਾਂ ਵਿਦਿਆਰਥੀਆਂ ਨੇ ਉਹ ਬਣਾਏ ਹੋਏ ਮਾਡਲ ਦੀ ਜਿਹੜੀ ਵਿਆਖਿਆ ਕਰਕੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਆ। ਸੋ ਇੱਕ ਹੁੰਦਾ ਹੈ ਮਲਟੀਮੀਡੀਆ ਐਗਜੀਬਿਸ਼ਨ। ਇਹ ਪ੍ਰਦਰਸ਼ਨੀ ਹੁੰਦੀ ਹੈ, ਇਸ ਪ੍ਰਦਰਸ਼ਨੀ ਵਿੱਚ ਜਿੱਥੇ ਪ੍ਰਦਰਸ਼ਿਤ ਮਾਡਲ ਦਾ ਜਿਹੜਾ ਵਰਣਨ ਹੁੰਦਾ ਉਹ ਪਾਵਰ ਪੁਆਇੰਟ ਜਿਹੜੀ ਹੈਗੀ ਹੈ, ਪਾਵਰ ਪੁਆਇੰਟ ਤੁਸੀਂ ਸਾਰੇ ਜਾਣਦੇ ਹੋ, ਪੇਸ਼ਕਾਰੀ ਅਜਿਹੀ ਮਲਟੀਮੀਡੀਆ ਟੈਕਨੋਲੋਜੀ ਦਾ ਉਪਯੋਗ ਹੁੰਦਾ ਹੈ। ਸੋ ਜਿਸ ਦੇ ਵਿੱਚ ਮਲਟੀਮੀਡੀਆ ਦੇ ਵਿੱਚ ਜੋ ਮਾਡਲ ਬਣਾਇਆ ਜਾਂਦਾ ਉਹ ਪਾਵਰ ਪੁਆਇੰਟ ਦੇ ਉੱਪਰ ਜਿਹੜਾ ਸਮਝਾਇਆ ਜਾਂਦਾ, ਇਹ ਇੱਕ ਦੂਜੇ ਦੇ ਨੇੜੇ ਆਉਣ, ਗਿਆਨ ਸਾਂਝਾ ਕਰਨ ਅਤੇ ਹੰਢਣਸਾਰ ਸੰਬੰਧਾਂ ਦੀ ਸਥਾਪਤੀ ਕਰਨ ਵਿੱਚ ਪ੍ਰਦਰਸ਼ਨੀਆਂ ਇੱਕ ਪ੍ਰਭਾਵਸ਼ਾਲੀ ਜੋ ਇੱਕ ਮੰਚ ਦਾ ਰੂਪ ਦੇ ਵਿੱਚ ਸਾਨੂੰ ਪ੍ਰਦਾਨ ਕਰਦੀਆਂ ਨੇ। ਗਿਆਨ ਸਾਡਾ ਆਪਾਂ ਆਪਣੀ ਆਡੀਅנס ਤੱਕ ਪਹੁੰਚਾ ਸਕਦੇ ਹਾਂ। ਸੋ ਇਸ ਦੀ ਇੰਪੋਰਟੈਂਸ ਕੀ ਹੈ? ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਮਾਸ ਮਾਧਿਅਮ ਹੈ ਜਨ ਸੰਸਾਰ ਮਾਧਿਅਮ। ਸੋ ਆਪਾਂ ਸਾਰੇ ਹੀ ਜਾਣਦੇ ਹਾਂ ਸਿੱਖਿਆ ਪ੍ਰਕਿਰਿਆ ਦੇ ਵਿੱਚ, ਲਰਨਿੰਗ ਪ੍ਰੋਸੈਸ ਦੇ ਵਿੱਚ ਐਗਜੀਬਿਸ਼ਨ ਬਹੁਤ ਹੀ ਇੰਪੋਰਟੈਂਟ ਆਪਣੀ ਜਗ੍ਹਾ ਰੱਖਦੀਆਂ ਨੇ। ਸੋ ਆਪਣਾ ਪਬਲਿਕ ਅੱਗੇ ਆਪਣੀ ਇੱਕ ਮਾਸ ਮਾਧਿਅਮ ਹੁੰਦਾ ਵੀ ਜਿਸ ਦੇ ਵਿੱਚ ਅਸੀਂ ਆਪਣੇ ਬੱਚਿਆਂ ਦੀ ਕੋਈ ਵੀ ਪ੍ਰਦਰਸ਼ਨੀ ਦੇ ਨਾਲ ਉਹਨਾਂ ਦੇ ਗਿਆਨ ਨੂੰ ਇੱਕ ਪਲੇਟਫਾਰਮ ਦਿੰਦੇ ਹਾਂ, ਜਿਸ ਦੇ ਵਿੱਚ ਉਹ ਆਪਣੇ ਅੰਦਰ ਦਾ ਹੁਨਰ, ਆਪਣੇ ਅੰਦਰ ਜੋ ਵੀ ਉਹਨਾਂ ਦੀ ਪ੍ਰਤਿਭਾ ਹੈ ਉਸ ਨੂੰ ਪ੍ਰਗਟਾ ਸਕਦੇ ਨੇ। ਸੋ ਇੱਕ ਮਾਧਿਅਮ ਹੈ। ਸੋ ਨੈਕਸਟ ਆ ਗਿਆ ਪ੍ਰਦਰਸ਼ਨ ਐਕਸਪਲੋਜ਼ਰ। ਇਸ ਦੇ ਵਿੱਚ ਕੀ ਹੈ ਵੀ ਬੱਚੇ, ਵਿਦਿਆਰਥੀ ਸਮਾਜ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਉਹ ਨਵੀਆਂ ਖੋਜਾਂ ਨੇ, ਕਾਢਾਂ ਨੇ
ਤਾਂ ਸਮੂਹ ਵਿੱਚ ਕੰਮ ਕਰਨ ਦੇ ਵਿੱਚ ਉਹ ਪ੍ਰਦਰਸ਼ਨ ਦਾ ਜਿਹੜਾ ਇਹਨਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਹੈ। ਨੈਕਸਟ ਰਿਸਰਚ ਐਂਡ ਟੈਕਨੀਕਲ ਮਾਈਂਡਸੈਟ, ਕਿਸੇ ਮਾਡਲ ਦਾ ਪ੍ਰਦਰਸ਼ਨ ਕਰਨ ਦੀ ਪ੍ਰਕਿਰਿਆ ਵਿੱਚ ਜਿੰਨਾ ਵੀ ਲੋੜੀਂਦਾ ਸਾਰਥਿਕ ਸੂਚਨਾ ਤੱਕ ਪਹੁੰਚਾਉਣ ਲਈ ਵਿਦਿਆਰਥੀ ਨੂੰ ਕਾਫੀ ਸਾਰਾ ਖੋਜ ਕਾਰਜ ਕਰਨਾ ਪੈਂਦਾ ਹੈ। ਸੋ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਮਨ ਵਿੱਚ ਕੋਈ ਵੀ ਸਮੱਸਿਆ ਤਕਨੀਕੀ ਪਹੁੰਚ ਪੈਦਾ ਹੁੰਦੀ ਹੈ ਤਾਂ ਮਨ ਮਾਡਲ ਦੇ ਛੁਪੇ ਹੋਏ ਤੱਥਾਂ ਨੂੰ ਕਾਰਗੁਜ਼ਾਰੀ ਪ੍ਰਣਾਲੀ ਦਾ ਵਿਸ਼ਲੇਸ਼ਣ ਕਰਨਾ ਆਰੰਭ ਕਰ ਦਿੰਦਾ ਹੈ। ਸੋ ਰਿਸਰਚ ਕਰਨਾ ਸਿੱਖਦੇ ਹਾਂ ਅਸੀਂ ਚੀਜ਼ ਨੂੰ, ਸਾਡੇ ਅੰਦਰ ਅਸੀਂ ਕੋਈ ਇਮੈਜਨ ਕਰਦੇ ਹਾਂ ਜਾਂ ਅਸੀਂ ਕੋਈ ਐਕਸਪੈਰੀਮੈਂਟ ਕਰਦੇ ਹਾਂ ਤਾਂ ਉਸਨੂੰ ਅਸੀਂ ਆਪਣੇ ਮਾਡਲ ਦੇ ਨਾਲ, ਉਸ ਖੋਜ ਦੇ ਨਾਲ, ਆਪਣੀ ਮਾਨਸਿਕਤਾ ਅਤੇ ਬੁੱਧੀ ਦੇ ਹੁਨਰ ਦੇ ਨਾਲ ਉਸ ਚੀਜ਼ ਨੂੰ ਆਪਾਂ ਬਣਾ ਕੇ ਆਪਾਂ ਆਪਣੀ ਆਡੀਅנס ਅੱਗੇ ਪੇਸ਼ ਕਰ ਸਕਦੇ ਹਾਂ ਮਾਡਲ ਦੇ ਰੂਪ ਵਿੱਚ। ਨੈਕਸਟ ਆ ਗਿਆ ਸੋਸ਼ਲ ਸਕਿੱਲਸ, ਸਮਾਜਿਕ ਕੌਸ਼ਲ। ਸੋ ਇਸ ਦੇ ਵਿੱਚ ਸਾਡੀ ਕਿਵੇਂ ਸਾਡੇ ਲਈ ਇੰਪੋਰਟੈਂਟ ਨੇ, ਆਪਾਂ ਕਹਿ ਸਕਦੇ ਹਾਂ ਵੀ ਆਪਣੀ ਲਾਈਫ ਦੇ ਵਿੱਚ ਹਰ ਬੱਚੇ ਨੂੰ ਸਮਾਜਿਕ ਕੌਸ਼ਲਾਂ ਦਾ ਨਿਰਮਾਣ ਅਤੇ ਵਿਕਸਿਤ ਕਰਨਾ ਇੱਕ ਸਿੱਖਿਆ ਦਾ ਮੇਨ ਉਦੇਸ਼ ਹੈ। ਸੋ ਬੱਚੇ ਇਸ ਦੇ ਵਿੱਚ ਇੱਕ ਦੂਜੇ ਨਾਲ ਸਮੂਹ ਦੇ ਵਿੱਚ ਮਿਲ ਕੇ ਜਦੋਂ ਕੰਮ ਕਰਦੇ ਆ ਐਗਜੀਬਿਸ਼ਨ ਦੇ ਵਿੱਚ, ਆਪਣੀਆਂ ਫੀਲਿੰਗਸ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਆ ਅਤੇ ਇੱਕ ਦੂਜੇ ਦੀ ਕਦਰ ਕਰਦੇ ਆ, ਤਾਂ ਉਹ ਇੱਕ ਦੂਜੇ ਦੇ ਨਾਲ ਮਨੁੱਖੀ ਜਿਹੜਾ ਉਹਨਾਂ ਦਾ ਇੱਕ ਰਿਲੇਸ਼ਨ ਹੈ, ਉਹ ਮਨੁੱਖੀ ਜੀਵਾਂ ਦੀ ਜਿਵੇਂ ਦੇਖਭਾਲ ਕਰਨਾ, ਪ੍ਰੇਮ, ਮਿਲ ਜੁਲ ਕੇ ਰਹਿਣਾ, ਏਕਤਾ ਦੀ ਭਾਵਨਾ ਦਾ ਜਿਹੜਾ ਅਹਿਸਾਸ ਆਉਂਦਾ ਐਗਜੀਬਿਸ਼ਨ ਦੇ ਨਾਲ। ਨੈਕਸਟ ਆ ਗਿਆ ਅਵੇਅਰਨੈਸ, ਕਿਸੇ ਵੀ ਪ੍ਰਦਰਸ਼ਨੀ ਦੇ ਵਿੱਚ ਜਦੋਂ ਆਪਾਂ ਸ਼ਾਮਲ ਹੁੰਦੇ ਹਾਂ, ਆਪਾਂ ਦੇਖਦੇ ਹਾਂ ਉਸ ਵਿੱਚ ਨਵੀਆਂ ਖੋਜਾਂ, ਨਵੀਆਂ ਚੁਣੌਤੀਆਂ ਅਤੇ ਨਵੀਆਂ ਕਾਢਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਜਦੋਂ ਅਸੀਂ ਕਿਸੇ ਐਗਜੀਬਿਸ਼ਨ ਵਿੱਚ ਜਾਂਦੇ ਹਾਂ ਤਾਂ ਉਸੇ ਤਰ੍ਹਾਂ ਹੀ ਬੱਚਿਆਂ ਦੇ ਵਿੱਚ ਵੀ ਅਵੇਅਰਨੈਸ ਆਉਂਦੀ ਹੈ। ਉਹ ਆਪਣੇ ਚੁਗਿਰਦੇ ਵਿੱਚ ਜੋ ਵੀ ਵਾਪਰ ਰਿਹਾ ਉਹਨਾਂ ਦੇ ਆਲੇ ਦੁਆਲੇ, ਤਾਂ ਉਹ ਉਹਨਾਂ ਸਮੱਸਿਆਵਾਂ ਦੇ ਉੱਪਰ ਕਾਢਾਂ ਕੱਢ ਕੇ ਆਪਣੀ ਪ੍ਰਤਿਭਾ ਜਿਹੜੀ ਨਿਖਾਰਨ ਦੀ ਕੋਸ਼ਿਸ਼ ਕਰ ਸਕਦੇ ਆ। ਸੋ ਕ੍ਰੀਏਟੀਵਿਟੀ ਦੇ ਵਿੱਚ ਨੈਕਸਟ ਆ ਜਾਂਦਾ ਹੈ ਪ੍ਰਦਰਸ਼ਨੀ, ਜਿਹੜੀ ਵਿਦਿਆਰਥੀਆਂ ਦੇ ਅੰਦਰ ਲੁਕੀ ਹੋਈ ਜਿਹੜੀ ਉਹਨਾਂ ਦੀ ਕਾਬਲੀਅਤ ਹੈ, ਠੀਕ ਹੈ, ਉਸ ਨੂੰ ਇੱਕ ਰਚਨਸ਼ੀਲ ਬਣਾਉਂਦੀ ਹੈ ਅਤੇ ਵਿਦਿਆਰਥੀ ਉਹਨਾਂ ਦੇ ਨਾਲ ਆਪਣਾ ਕੰਮ ਕਰਦੇ ਆ। ਜਦੋਂ ਆਪਣੇ ਦੋਸਤਾਂ ਦੇ ਵਿੱਚ, ਆਪਣੇ ਸਾਥੀਆਂ ਦੇ ਵਿੱਚ ਇੱਕ ਸਿੱਖਿਆ ਗ੍ਰਹਿਣ ਕਰਦੇ ਆ ਤਾਂ ਨਵੀਆਂ ਨਵੀਆਂ ਚੀਜ਼ਾਂ ਕ੍ਰੀਏਟ ਕਰਦੇ ਆ, ਤਾਂ ਉਹਨਾਂ ਦੇ ਅੰਦਰ ਕ੍ਰੀਏਟੀਵਿਟੀ ਆਉਂਦੀ ਹੈ ਅਤੇ ਐਗਜੀਬਿਸ਼ਨ ਇੱਕ ਉਹਨਾਂ ਲਈ ਬਹੁਤ ਵਧੀਆ ਮਾਧਿਅਮ ਹੈ ਆਪਣੀ ਜਿਹੜੀ ਕਾਬਲੀਅਤ ਨੂੰ ਦਿਖਾਉਣ ਦਾ। ਨੈਕਸਟ ਕ੍ਰਿਟੀਕਲ ਥਿੰਕਿੰਗ, ਤਰਕ ਸੰਗਤ ਸੋਚ। ਆਪਾਂ ਵਿਗਿਆਨ ਪ੍ਰਦਰਸ਼ਨੀ ਆਪਾਂ ਕਹਿ ਸਕਦੇ ਹਾਂ ਕਿਸੇ ਸਥਿਤੀ ਦੇ ਤਰਕਸੰਗ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ ਅਤੇ ਵਿਦਿਆਰਥੀਆਂ ਨੂੰ ਕਿਸੇ ਚੁਣੌਤੀ ਦੇ ਲਾਭ ਅਤੇ ਹਾਨੀ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਪੈਂਦੀ ਹੈ। ਸੋ ਵਿਦਿਆਰਥੀਆਂ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਪੈਦਾ ਹੁੰਦੀ ਹੈ ਕਿਉਂਕਿ ਉਹ ਨਵੇਂ ਨਵੇਂ ਉਪਯੋਗ, ਨਵੇਂ ਨਵੇਂ ਸਿੱਟਿਆਂ 'ਤੇ ਪਹੁੰਚਦੇ ਆ। ਸੋ ਸਲਿਊਸ਼ਨ ਡਿਵੈਲਪਿੰਗ ਹੁੰਦੀ ਹੈ, ਕਿਸੇ ਸਮੱਸਿਆ ਨੂੰ ਨਜਿੱਠਣ ਦਾ ਉਹਨਾਂ ਦੇ ਵਿੱਚ ਇੱਕ ਹੁਨਰ ਆਉਂਦਾ। ਤਾਂ ਐਗਜੀਬਿਸ਼ਨ ਦੇ ਵਿੱਚ ਉਹ ਆਪਣੇ ਨਾਲ ਸੰਬੰਧਿਤ ਜੋ ਵੀ ਟਾਸਕ ਕਰ ਰਹੇ ਆ ਤਾਂ ਉਹਨਾਂ ਨੂੰ ਉਹ ਕਰਕੇ ਉਹਨਾਂ ਦੇ ਵਿੱਚ ਕਿਵੇਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਨਾ ਸਾਰਾ ਸਿੱਖਦੇ ਆ। ਐਪਲੀਕੇਸ਼ਨ ਦੇ ਵਿੱਚ ਆ ਜਾਂਦਾ ਹੈ ਜੋ ਵੀ ਪੜ੍ਹਾਇਆ ਜਾਂ ਸਿਖਾਇਆ ਜਾਂਦਾ ਹੈ, ਐਪਲੀਕੇਸ਼ਨ ਮੀਨ ਉਪਯੋਗਤਾ, ਤਾਂ ਉਹਨਾਂ ਨੂੰ ਇੱਕ ਪ੍ਰਦਰਸ਼ਨ ਦੇ ਨਾਲ ਉਹ ਆਪਣਾ ਸਿੱਖਿਆ ਹੋਇਆ ਇੱਕ ਜਿੰਨਾ ਵੀ ਉਹਨਾਂ ਨੂੰ ਜਾਂਚ ਮਿਲੀ ਹੈ ਉਹ ਸਾਰਾ ਉਸ ਦੇ ਵਿੱਚ ਪ੍ਰੈਜੈਂਟ ਕਰ ਸਕਦੇ ਆ। ਗੋਲ ਸੈਟਰ ਹੁੰਦਾ ਹੈ ਵੀ ਟੀਚਾ ਮਿੱਥਣਾ। ਕਿਸੇ ਵੀ ਪ੍ਰਦਰਸ਼ਨੀ ਲਈ ਵਿਦਿਆਰਥੀਆਂ ਨੂੰ ਕਿਸੇ ਚੁਣੌਤੀ ਦੀ ਚੋਣ ਦੀ ਲੋੜ ਪੈਂਦੀ ਹੈ, ਫਿਰ ਖੋਜ ਕਰਦੇ ਆ, ਫਿਰ ਵਿਸ਼ਲੇਸ਼ਣ ਰਾਹੀਂ ਉਹ ਚੁਣੌਤੀ ਦਾ ਹੱਲ ਕਰਦੇ ਆ ਅਤੇ ਇਸੇ ਪ੍ਰਕਾਰ ਵਿਦਿਆਰਥੀਆਂ ਅੰਦਰ ਜੀਵਨ ਵਿੱਚ ਆਪਣੇ ਆਪ ਨਾਲ ਟੀਚੇ ਮਿੱਥਣ ਦੀ ਜਿਹੜੀ ਪ੍ਰਵਿਰਤੀ ਵਿਕਸਿਤ ਹੁੰਦੀ ਹੈ। ਸੋ ਉਹ ਕਿਸੇ ਨਤੀਜੇ 'ਤੇ ਪਹੁੰਚ ਜਾਂਦੇ ਆ ਤਾਂ ਜਿਸ ਦੇ ਨਾਲ ਵਿਦਿਆਰਥੀਆਂ ਵਿੱਚ ਵਿਅਕਤੀਤਵ, ਕਿੱਤੇ ਨੂੰ ਲੈ ਕੇ ਉਚਾਈਆਂ ਤੱਕ ਪਹੁੰਚਣ ਦੀ ਜਿਹੜੀ ਉਹਨਾਂ ਨੂੰ ਹੈਲਪ ਮਿਲਦੀ ਹੈ। ਸੋ ਨੈਕਸਟ ਆ ਗਿਆ ਸੁਰੱਖਿਆ। ਪ੍ਰੀਸਰਵ ਜਿਹੜਾ ਹੈਗਾ ਇਸ ਵਿੱਚ ਆਪਾਂ ਲਿਖ ਸਕਦੇ ਹਾਂ ਕਿਸੇ ਪ੍ਰਦਰਸ਼ਨੀ ਵਿੱਚ ਪੇਸ਼ ਕੀਤੇ ਮਾਡਲ ਭਵਿੱਖ ਲਈ ਸਿੱਖਿਅਤ ਰੱਖੇ ਜਾਂਦੇ ਆ। ਅਨੇਕਾਂ ਸਮੱਸਿਆਵਾਂ ਦੇ ਜਿਹੜੇ ਆਪਾਂ ਸਮਾਧਾਨ ਵੀ ਲੱਭ ਸਕਦੇ ਹਾਂ। ਨੈਕਸਟ ਹੈਗੀ ਹੈ ਪ੍ਰਵਾਨਗੀ। ਆਪਾਂ ਉਹਨੂੰ ਐਕਸੈਪਟੈਂਸ ਦੇ ਵਿੱਚ ਲਿਖ ਸਕਦੇ ਹਾਂ। ਕਈ ਵਾਰ ਹੁੰਦਾ ਵੀ ਅਨੇਕਾਂ ਕਾਰਨਾਂ ਕਰਕੇ ਪ੍ਰਤਿਭਾ ਨੂੰ ਆਪਾਂ ਨੂੰ ਮੌਕਾ ਨਹੀਂ ਮਿਲਦਾ। ਜਿਵੇਂ ਮੰਨ ਕੇ ਚਲੋ ਵੀ ਬੱਚਿਆਂ ਦੇ ਅੰਦਰ ਬਹੁਤ ਚੀਜ਼ਾਂ ਹੁੰਦੀਆਂ, ਸਕਿੱਲਸ ਹੁੰਦੀਆਂ, ਬਟ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਉਹ ਕਿੱਥੇ ਪੇਸ਼ ਕਰਨ। ਤਾਂ ਐਗਜ਼ੀਬਿਸ਼ਨ ਦੇ ਨਾਲ ਉਹ ਆਪਣੇ ਹੁਨਰ ਨੂੰ ਐਗਜ਼ੀਬਿਸ਼ਨ ਦੇ ਵਿੱਚ ਰੱਖ ਸਕਦੇ ਆ, ਵਿਖਾ ਸਕਦੇ ਆ ਅਤੇ ਉਹਨਾਂ ਦੇ ਲਈ ਇੱਕ ਆਤਮ ਵਿਸ਼ਵਾਸ, ਆਤਮ ਸਨਮਾਨ ਦਾ ਇੱਕ ਵਾਧਾ ਹੁੰਦਾ ਹੈ। ਸੋ ਵਿਦਿਆਰਥੀਆਂ ਦਾ ਰੁਝੇਵਾਂ ਜਿਹੜੀ ਉਹਨਾਂ ਨੂੰ ਸਮੱਗਰੀ ਬਾਰੇ ਸਿੱਖਦੇ ਆ, ਉਹ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਹੈ, ਉਹ ਆਨੰਦਮਈ ਜੋਇਫੁਲ ਲਰਨਿੰਗ ਕਰਦੇ ਆ ਅਤੇ ਸਾਰੀਆਂ ਚੀਜ਼ਾਂ ਆ ਜਾਂਦੀਆਂ। ਸੋ
ਹੁਣ ਆਪਾਂ ਗੱਲ ਕਰਾਂਗੇ ਇਹਦੇ ਪ੍ਰੋਸੈਸ ਐਂਡ ਨੀਡ। ਸਾਨੂੰ ਇਹਦੇ ਲਈ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਸਾਨੂੰ ਪਹਿਲਾਂ ਤਾਂ ਕਿਸੇ ਸਿਲੈਕਸ਼ਨ ਕਰਨੀ ਪੈਂਦੀ ਹੈ ਇੱਕ ਟੌਪਿਕ ਦੀ ਅਤੇ ਸਬਜੈਕਟ ਦੀ। ਜੇ ਅਸੀਂ ਐਗਜ਼ੀਬਿਸ਼ਨ ਦੇ ਵਿੱਚ ਪਾਰਟੀਸਪੇਟ ਕਰ ਰਹੇ ਹੈਗੇ ਹਾਂ ਤਾਂ ਉੱਥੇ ਸਾਨੂੰ ਸਭ ਤੋਂ ਪਹਿਲਾਂ ਇੱਕ ਵਿਸ਼ੇ ਦੀ ਚੋਣ ਕਰਨੀ ਪੈਂਦੀ ਹੈ ਅਤੇ ਸਬਜੈਕਟ। ਫਿਰ ਸਾਨੂੰ ਟੋਲੀ ਦੇ ਵਿੱਚ ਕੰਮ ਕਰਨਾ ਹੁੰਦਾ। ਅਸੀਂ ਇੱਕ ਟੀਮ ਬਣਾਉਣੀ ਹੈ, ਮੇਕਿੰਗ ਏ ਟੀਮ ਦੇ ਵਿੱਚ ਰਹਿ ਕੇ ਅਸੀਂ ਜੋ ਵੀ ਪ੍ਰੋਜੈਕਟ ਹੈ ਜਿੱਤੇ ਵੀ ਕੰਮ ਕਰਨਾ ਉਸ ਰਲ ਕੇ ਕੰਮ ਕਰਦੇ ਹਾਂ। ਫਿਰ ਆਪਾਂ ਅਬਜ਼ਰਵਿੰਗ ਐਂਡ ਗੈਦਰਿੰਗ ਇਨਫੋਰਮੇਸ਼ਨ। ਫਿਰ ਅਸੀਂ ਸੂਚਨਾ ਜੋ ਵੀ ਅਸੀਂ ਆਪਣੇ ਵਿਸ਼ੇ ਦੇ ਵਿੱਚ ਅਸੀਂ ਜੋ ਵੀ ਕ੍ਰੀਏਟ ਕਰ ਰਹੇ ਹਾਂ ਉਹਦੇ ਸੰਬੰਧ ਸਾਨੂੰ ਸਾਰੇ ਚੀਜ਼ਾਂ ਇਕੱਠੀਆਂ ਕਰਨੀਆਂ ਪੈਂਦੀਆਂ। ਸੂਚਨਾ, ਇਨਫੋਰਮੇਸ਼ਨ, ਸਾਰਾ ਸਿਸਟਮ ਉਹਦਾ ਆਪਾਂ ਨੂੰ। ਅਤੇ ਸਾਨੂੰ ਕਈ ਉਹਦੇ ਵਿੱਚ ਚੁਣੌਤੀਆਂ ਵੀ ਹੁੰਦੀਆਂ, ਉਹਦੀ ਭਾਲ ਕਰਨੀ ਪੈਂਦੀ ਹੈ। ਫਾਈਂਡਿੰਗ ਹੈ ਕੀ ਚੈਲੰਜ ਅਤੇ ਯੋਜਨਾ ਦੀ ਰੂਪ ਰੇਖਾ ਬਣਾਉਣਾ। ਆਪਾਂ ਡਰੋ ਕਰਦੇ ਹਾਂ ਕੁਛ ਪਲਾਨ ਵੀ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਆਪਣਾ ਜਿਹੜਾ ਇਹਦੇ ਵਿੱਚ ਕੰਮ ਕਰ ਰਹੇ ਹਾਂ, ਜੋ ਵੀ ਅਸੀਂ ਪ੍ਰੋਬਲਮ ਲਈ ਹੈ ਜਾਂ ਕੋਈ ਵੀ ਅਸੀਂ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਾਂ। ਫਿਰ ਅਸੀਂ ਉਸ ਨੂੰ ਫਾਈਂਡ ਕਰਦੇ ਹਾਂ, ਉਹਨੂੰ ਲੱਭਦੇ ਹਾਂ, ਉਹਦੀਆਂ ਜਿਹੜੀਆਂ ਪ੍ਰੋਬਲਮਸ ਹੈ ਉਹਨੂੰ ਸੋਲਵ ਕਰਦੇ ਹਾਂ। ਫਿਰ ਅਸੀਂ ਆਪਣੀਆਂ ਡਿਊਟੀਜ਼ ਨੂੰ ਡਿਵਾਈਡ ਕਰ ਲੈਂਦੇ ਹਾਂ, ਡਿਵਾਈਡਿੰਗ ਦਾ ਡਿਊਟੀਜ਼। ਫਿਰ ਅਸੀਂ ਉਹਦਾ ਬਜਟ ਤਿਆਰ ਕਰਦੇ ਹਾਂ, ਮੇਕਿੰਗ ਬਜਟ। ਅਤੇ ਫਿਰ ਉਸ ਦੇ ਉੱਪਰ ਅਸੀਂ ਕੰਮ ਕਰਦੇ ਹਾਂ, ਜੋ ਵੀ ਅਸੀਂ ਪ੍ਰੋਜੈਕਟ ਦੇ ਉੱਪਰ ਕੰਮ ਕਰ ਰਹੇ ਹਾਂ ਆਪਣੇ ਮਾਡਲ ਦੇ ਉੱਪਰ, ਉਸ ਨੂੰ ਅਸੀਂ ਪਲਾਨ ਕਰਦੇ ਹਾਂ, ਵਰਕਿੰਗ ਔਨ ਪਲਾਨ। ਅਤੇ ਅਸੀਂ ਆਪਣੇ ਮਾਡਲ ਦਾ ਪ੍ਰਦਰਸ਼ਨ ਕਰਨਾ ਹੁੰਦਾ, ਮੇਕਿੰਗ ਯੂਅਰ ਮਾਡਲ, ਜੋ ਵੀ ਤੁਸੀਂ ਐਗਜ਼ੀਬਿਸ਼ਨ ਲਈ ਮਾਡਲ ਤਿਆਰ ਕਰ ਰਹੇ ਹੋ। ਫਿਰ ਰਿਵਿਊ ਐਂਡ ਮੇਕ ਸ਼ਿਓਰ ਇਟ ਵਰਕਸ ਪ੍ਰੋਪਰਲੀ। ਸਮੀਖਿਆ ਕਰਦੇ ਹੋ ਫਿਰ ਉਸ ਚੀਜ਼ ਦੀ ਅਤੇ ਤੁਹਾਡਾ ਵਰਕ ਸਹੀ ਕੰਮ ਕਰ ਰਿਹਾ, ਜੋ ਵੀ ਤੁਸੀਂ ਮਾਡਲ ਤਿਆਰ ਕਰ ਰਹੇ ਹੋ, ਜਿਹੜੇ ਵੀ ਵਿਸ਼ੇ ਦੇ ਉੱਪਰ ਤੁਸੀਂ ਕੰਮ ਕਰਕੇ ਐਗਜ਼ੀਬਿਸ਼ਨ ਆਪਣੀ ਪ੍ਰਦਰਸ਼ਨ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਪ੍ਰੈਕਟੀਕਲੀ ਉਸ ਦੇ ਉੱਪਰ ਕੰਮ ਸਿੱਖਦੇ ਹੋ ਤੁਸੀਂ, ਕਿਉਂਕਿ ਉਸ ਦੇ ਉੱਪਰ ਤੁਸੀਂ ਪ੍ਰੈਕਟੀਕਲੀ ਸਪੀਕ ਵੀ ਕਰਨਾ, ਕਿਉਂਕਿ ਤੁਹਾਡੇ ਤੋਂ ਉਹਦੇ ਵਿੱਚ ਕੁਐਸਚਨ ਵੀ ਪੁੱਛੇ ਜਾਂਦੇ ਆ। ਜਦੋਂ ਤੁਸੀਂ ਕੋਈ ਐਗਜ਼ੀਬਿਸ਼ਨ ਲਾਉਣੇ ਹੋ ਤਾਂ ਉੱਥੇ ਤੁਹਾਡੀ ਆਡੀਅנס ਤੁਹਾਡੇ ਤੋਂ ਤੁਹਾਡੀ ਬਣਾਈ ਹੋਈ ਚੀਜ਼ ਦਾ, ਤੁਹਾਡੇ ਬਣਾਏ ਹੋਏ ਮਾਡਲ ਦਾ, ਤੁਹਾਡੀ ਬਣਾਈ ਹੋਈ ਕੋਈ ਵੀ ਪ੍ਰੋਬਲਮ ਸੋਲਵਿੰਗ ਦਾ ਕੁਐਸਚਨ ਵੀ ਪੁੱਟ ਕਰਦੇ ਆ। ਤਾਂ ਉੱਥੇ ਤੁਹਾਡੀ ਜਿਹੜੀ ਕਾਰਗੁਜ਼ਾਰੀ ਹੁੰਦੀ ਹੈ ਵੀ ਤੁਸੀਂ ਆਪਣੇ ਆਪ ਦੀ ਇੱਕ ਪ੍ਰੈਕਟਿਸ ਵੀ ਕਰਦੇ ਹੋ ਵੀ ਤੁਸੀਂ ਕਿਸ ਤਰੀਕੇ ਨਾਲ ਬੋਲਣਾ ਹੈ, ਅਤੇ ਪ੍ਰਦਰਸ਼ਨੀ ਵਿੱਚ ਮਾਡਲ ਦੀ ਨੁਮਾਇਸ਼ ਵੀ ਕਰਦੇ ਹੋ। ਵੀ ਲਾਸਟ ਦੇ ਆਪਾਂ ਇਹੀ ਕਹਿਣੇ ਆ ਵੀ ਜੋ ਵੀ ਤੁਸੀਂ ਆਪਣੀ ਐਗਜ਼ੀਬਿਸ਼ਨ ਲਈ ਮਾਡਲ ਤਿਆਰ ਕੀਤਾ ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਕਰਨਾ ਆਪਣੀ ਇਨਫੋਰਮੇਸ਼ਨ ਨੂੰ। ਅਤੇ ਕਿਸੇ ਵੀ ਪ੍ਰਦਰਸ਼ਨੀ ਦੀ ਵਿਵਸਥਾ ਕਰਨ ਸਮੇਂ ਉਹਦਾ ਹਿੱਸਾ ਬਣਨਾ ਕੋਈ ਆਸਾਨ ਕਾਰਜ ਨਹੀਂ ਹੁੰਦਾ। ਇਸ ਦੇ ਵਿੱਚ ਟੀਮ ਵਰਕ ਦੇ ਵਿੱਚ ਕੰਮ ਕਰਨਾ ਪੈਂਦਾ ਹੈ। ਸਾਨੂੰ ਆਪਣੇ ਆਲੇ ਦੁਆਲੇ ਦੀ ਜੋ ਵੀ ਅਸੀਂ ਜਾਣਕਾਰੀ ਉਸ ਵਿੱਚ ਦੇਣੀ ਆ ਉਹਦੇ ਗੋ ਥਰੂ ਹੋਣਾ ਪੈਂਦਾ। ਸੋ ਇਹ ਸੀ ਜੀ ਜੋ ਵੀ ਆਪਣਾ ਐਗਜ਼ੀਬਿਸ਼ਨ ਦਾ ਪ੍ਰੋਸੈਸ ਹੈ। ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਸ ਵੀਡੀਓ ਰਾਹੀਂ ਇਸ ਟੌਪਿਕ ਦੀ ਜਾਣਕਾਰੀ ਮਿਲੀ ਹੋਊਗੀ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।